ਕਿ ਮੇਰੇ ਸ਼ਹਿਰ ਦੇ ਵਿੱਚ ਭਾਦਰਖੰਡ ਦੇ ਵਿੱਚ ਮਹਾਂਪੁਰਖ ਆਏ ਹਨ। ਮਿਲਿਓ ਆਨ ਕਰ ਸੀਸ ਝੁਕਾਏ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਆ ਕਰਕੇ ਮਿਲਿਆ ਹੈ। ਆਪ ਜੀ ਦੇ ਚਰਨਾਂ ਤੇ ਸੀਸ ਝੁਕਾ ਕਰਕੇ ਬੰਦ ਹਾਥ ਦਵੈ ਬੈਠ ਸਮੀਪਾ। ਦੋਨੇ ਹੱਥ ਜੋੜ ਕਰਕੇ ਆਪ ਜੀ ਦੇ ਕੋਲ ਬੈਠਾ ਹੈ। ਬੋਲਿਓ ਬੋਲ ਨਾਭ ਅਵਨੀਪਾ। ਬੋਲਿਓ ਕੌਲ ਨਾਭ ਅਵਨੀਪੰ। ਇਹ ਕੌਲ ਨਾਭ ਜੀ ਦਾ ਰਾਜਾ ਹੈ। ਇਸ ਪ੍ਰਕਾਰ ਆਪ ਜੀ ਨੂੰ ਕਹਿਣ ਲੱਗਿਆ ਹੈ। ਆਸ਼ਰਮ ਚਾਰ ਲਿਖੇ ਜੋ ਆਹੀ। ਕਹਿਣ ਲੱਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਂਪੁਰਖੋ ਜਿਹੜੇ ਗ੍ਰੰਥਾਂ ਦੇ ਵਿੱਚ ਚਾਰ ਪ੍ਰਕਾਰ ਦੇ ਆਸ਼ਰਮ ਲਿਖੇ ਹਨ। ਬ੍ਰਹਮਚਰਜ, ਗ੍ਰਹਸਥ ਆਸ਼ਰਮ ਤੇ ਬਾਨਪ੍ਰਸਥ ਤੇ ਸੰਨਿਆਸ। ਇਹ ਜਿਹੜੇ ਚਾਰ ਪ੍ਰਕਾਰ ਦੇ ਆਸ਼ਰਮ ਗ੍ਰੰਥਾਂ ਦੇ ਵਿੱਚ ਲਿਖੇ ਹਨ। ਸ੍ਰੇਸ਼ਟ ਕੌਣ ਕਹੋ ਇਸ ਮਾਹੀ। ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਚਾਰ ਪ੍ਰਕਾਰ ਦੇ ਆਸ਼ਰਮਾਂ ਦੇ ਵਿੱਚੋਂ ਸ੍ਰੇਸ਼ਟ ਉੱਤਮ ਕਿਹੜਾ ਆਸ਼ਰਮ ਹੈ? ਆਪ ਜੀ ਕਿਰਪਾ ਕਰਕੇ ਕਹੋ, ਦੱਸਣਾ ਕਰੋ। ਕਿਉਂਕਿ ਚਾਰ ਆਸ਼ਰਮ ਗ੍ਰੰਥਕਾਰਾਂ ਨੇ ਮੰਨੇ ਹਨ। ਬ੍ਰਹਮਚਰਜ ਆਸ਼ਰਮ 1 ਸਾਲ ਤੋਂ 25 ਸਾਲ ਤੱਕ ਹੁੰਦਾ ਹੈ। ਗ੍ਰਹਸਥ ਆਸ਼ਰਮ 25 ਸਾਲ ਤੋਂ 50 ਸਾਲ ਤੱਕ ਹੁੰਦਾ ਹੈ। ਬਾਨਪ੍ਰਸਥ ਆਸ਼ਰਮ 50 ਸਾਲ ਤੋਂ 75 ਸਾਲ ਤੱਕ ਹੁੰਦਾ ਹੈ। ਸੰਨਿਆਸ ਆਸ਼ਰਮ 75 ਸਾਲ ਤੋਂ 100 ਸਾਲ ਤੱਕ ਹੁੰਦਾ ਹੈ। ਇਉਂ ਇਹਨਾਂ ਆਸ਼ਰਮਾਂ ਦੀ ਗ੍ਰੰਥਕਾਰਾਂ ਨੇ ਸਮੇਂ ਦੀ ਵੰਡ ਕੀਤੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹ ਕੌਲ ਨਾਭ ਰਾਜਾ ਕਹਿਣ ਲੱਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਹੜੇ ਇਹ ਚਾਰ ਪ੍ਰਕਾਰ ਦੇ ਆਸ਼ਰਮ ਗ੍ਰੰਥਾਂ ਵਿੱਚ ਲਿਖੇ ਹਨ, ਸ੍ਰੇਸ਼ਟ ਕੌਣ ਕਹੋ ਇਸ ਮਾਹੀ। ਮਹਾਰਾਜ ਇਹਨਾਂ ਚਾਰਾਂ ਦੇ ਵਿੱਚੋਂ ਸ੍ਰੇਸ਼ਟ ਕਿਹੜਾ ਹੈ ਦੱਸੋ। ਆਪ ਜੀ ਕਿਰਪਾ ਕਰਕੇ ਦੱਸੋ ਇਹਨਾਂ ਦੇ ਵਿੱਚੋਂ ਸ੍ਰੇਸ਼ਟ ਆਸ਼ਰਮ ਕਿਹੜਾ ਹੈ। ਪੂਰਨ ਸੰਤ ਜਾਨ ਕਰ ਪੁੱਛਾ। ਆਪ ਜੀ ਨੂੰ ਪੂਰਨ ਮਹਾਂਪੁਰਖ ਜਾਣ ਕਰਕੇ ਮੈਂ ਆਪ ਜੀ ਦੇ ਪਾਸੋਂ ਪੁੱਛਿਆ ਹੈ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਤਿਸ ਕਾ ਸੰਗ ਸਿੱਖ ਉਧਰੈ ਨਾਨਕ ਹਰਿ ਗੁਣ ਗਾਉ। ਮੈਂ ਆਪ ਜੀ ਨੂੰ ਪੂਰਨ ਸੰਤ ਮਹਾਂਪੁਰਖ, ਕਿਉਂਕਿ ਸੰਤ ਪਦ ਜਿਹੜਾ ਹੈ ਗੁਰੂ ਦਾ ਵੀ ਵਾਚਕ ਹੈ ਤੇ ਸੰਤ ਪਦ ਅਕਾਲ ਪੁਰਖ ਦਾ ਵੀ ਬੋਧਕ ਹੈ।
ਇਸੇ ਪ੍ਰਕਾਰ ਤੇ ਮਹਾਂਪੁਰਖਾਂ ਦਾ, ਸੰਤਾਂ ਦਾ ਵੀ ਵਾਚਕ ਹੈ। ਜਗਿਆਸੂ ਗੁਰਸਿੱਖਾਂ ਦਾ ਵੀ ਵਾਚਕ ਹੈ। ਜਿਸ ਪ੍ਰਕਾਰ ਹਜੂਰ ਦੇ ਪਾਵਨ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਹਨ, ਸਮੇਂ ਅੰਤ ਪਰ ਹੋਤ ਸਹਾਈ, ਤਾ ਤੇ ਸੰਖਿਆ ਸੰਤ ਸੁਣਾਈ। ਉਥੇ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਕ੍ਰਿਸ਼ਨਾ ਅਵਤਾਰ ਦੇ ਵਿੱਚ ਅਕਾਲ ਪੁਰਖ ਸਾਹਿਬ ਜੀ ਨੂੰ ਸੰਤ ਕਿਹਾ। ਹੁਣ ਸਮੇਂ ਅੰਤ ਦੇ ਵੇਲੇ ਪਰਮੇਸ਼ਰ ਹੀ ਮਨੁੱਖ ਦੀ ਸਹਾਇਤਾ ਕਰਦਾ ਹੈ। ਇਸੇ ਲਈ ਭਗਤ ਕਬੀਰ ਸਾਹਿਬ ਜੀ ਨੇ ਵੀ ਬਚਨ ਕਹੇ ਹਨ, ਹਮਰੋ ਪਰਤਾ ਬਡੋ ਬਵੇਕੀ, ਆਪੇ ਸੰਤ ਕਹਾਵੈ। ਕਿ ਸਾਡਾ ਪਤੀ ਅਕਾਲ ਪੁਰਖ ਵਾਹਿਗੁਰੂ ਬਹੁਤ ਵੱਡਾ ਵਿਚਾਰਵਾਨ ਹੈ। ਸਾਰਿਆਂ ਦੀ ਬੁੱਧੀ ਦੇ ਵਿੱਚ ਵਿਚਾਰ ਦੇਣ ਵਾਲਾ ਹੈ। ਆਪੇ ਸੰਤ ਕਹਾਵੈ, ਆਪ ਹੀ ਉਹ ਸੰਤ ਰੂਪ ਕਹਾਉਂਦਾ ਹੈ। ਇਸੇ ਪ੍ਰਕਾਰ ਸਤਿਗੁਰੂ ਸਾਹਿਬ ਜੀ ਨੂੰ ਵੀ ਸੰਤ ਕਿਹਾ ਹੈ। ਭਾਵ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਬਨਾਸੀ ਘਰ ਮੈਂ ਪਾਇਆ। ਇਸ ਸ਼ਬਦ ਦੇ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਸੰਤ ਕਿਹਾ ਹੈ। ਮੇਰਾ ਮਨ ਲੋਚਾ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ। ਤ੍ਰਿਖਾ ਨਾ ਉਤਰੈ ਸਾਤ ਨਾ ਆਵੈ, ਬਿਨ ਦਰਸ਼ਨ ਸੰਤ ਪਿਆਰੇ ਜੀ। ਉਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਆਪ ਜੀ ਨੇ ਸੰਤ ਕਿਹਾ ਹੈ ਕਿ ਸਤਿਗੁਰੂ ਰਾਮਦਾਸ ਸਾਹਿਬ ਜੀ ਦੇ ਦਰਸ਼ਨਾਂ ਤੋਂ ਬਿਨਾਂ ਸਾਡੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ ਹੈ। ਆਪ ਜੀ ਬਹੁਤ ਵਿਛੋੜੇ ਦੇ ਵਿੱਚ ਵਿਛੋੜੇ ਦਾ ਦੁੱਖ ਸਹਾਰ ਨਹੀਂ ਸੀ ਸਕਦੇ। ਬੇਵਲਤਾ ਦੇ ਵਿੱਚ ਆ ਕੇ ਆਪ ਜੀ ਨੇ ਬਹੁਤ ਸਾਰੇ ਸ਼ਬਦ ਉਚਾਰਨ ਕੀਤੇ ਹਨ। ਇਸੇ ਪ੍ਰਕਾਰ ਸੰਤ ਗੁਰਸਿੱਖਾਂ ਨੂੰ ਵੀ ਕਿਹਾ ਹੈ। ਬਾਬਾ ਬੁੱਢਾ ਸਾਹਿਬ ਜੀ ਨੂੰ, ਭਾਈ ਗੁਰਦਾਸ ਸਾਹਿਬ ਜੀ ਨੂੰ, ਹਮ ਸੰਤਨ ਕੀ ਦੇਣ ਪਿਆਰੇ, ਹਮ संतन की सरना, संत हमारी ओट सुतानी, संत हमारा गहना, संतन स्यों मेरी लेवा देवी, संतन स्यों व्यवहारा। इस शब्द दे विच गुरु रामदास साहिब जी ने भी संत कहा है। ਤੇ ਧੰਨ ਬਾਬਾ ਬੁੱਢਾ ਸਾਹਿਬ ਜੀ ਤੇ ਭਾਈ ਗੁਰਦਾਸ ਸਾਹਿਬ ਆਦਿ ਗੁਰਸਿੱਖਾਂ ਨੂੰ ਸੰਤ ਕਿਹਾ। ਹਜੂਰ ਨੇ ਗੁਰਬਾਣੀ ਦੇ ਵਿੱਚ ਸੰਤ ਭਗਤਾਂ ਨੂੰ ਵੀ ਕਿਹਾ। ਸੰਤ ਪ੍ਰਹਿਲਾਦ ਕੀ ਜਿਨ ਪੈਜ ਰਖਾਈ, ਤੇ ਜਗਿਆਸੂ ਗੁਰਸਿੱਖਾਂ ਨੂੰ ਵੀ ਸੰਤ ਕਿਹਾ। संत हो राम नाम निस्तरीय, उठत बैठत हर हर ध्याईय, आन दिन सो कृत करिय, संत का मार्ग धर्म की पौड़ी, को बड़ भागी पाई, कोट जन्म की किल विख नासे, हर चरनी चित लाई। ਇਸ ਲਈ ਆਪ ਜੀ ਨੂੰ ਵੀ ਇਹ ਕੌਲ ਨਾਭ ਰਾਜਾ ਸੰਤ ਪਦ ਦੇ ਨਾਲ
ਸੰਬੋਧਨ ਕਰ ਰਿਹਾ ਹੈ, ਮੁਖਾਤਬ ਕਰਕੇ ਕਹਿੰਦਾ ਹੈ, ਪੂਰਨ ਸੰਤ ਜਾਣ ਕਰ ਪੁੱਛਾਂ, ਆਪ ਜੀ ਨੂੰ ਮੈਂ ਪੂਰਨ ਮਹਾਂਪੁਰਖ ਜਾਣ ਕਰਕੇ ਪੁੱਛਿਆ ਹੈ। ਕਰਹੁ ਮੁਝੈ ਸੰਸੇ ਤੇ ਉੱਚਾ, ਮੈਨੂੰ ਸੰਸੇ ਤੋਂ ਖਾਲੀ ਕਰ ਦੇਵੋ, ਭਾਵ ਸਭ ਪ੍ਰਕਾਰ ਦੇ ਸੰਸੇ ਤੋਂ ਰਹਿਤ ਕਰ ਦੇਵੋ, ਨਿਰਸੰਸੇ ਕਰ ਦੇਵੋ। ਗੁਰੂ ਸਾਹਿਬ ਜੀ ਦਾ ਉਪਦੇਸ਼ ਹੀ ਐਸਾ ਹੈ, ਸ਼ਰਵਣ ਕਰਨ ਦੇ ਨਾਲ ਪ੍ਰਮਾਣਗਤ ਸੰਸਾ ਦੂਰ ਹੋ ਜਾਂਦਾ ਹੈ, ਔਰ ਮੰਨਣ ਕਰਨ ਦੇ ਨਾਲ ਪਰਮੇਗਤ ਸੰਸਾ ਦੂਰ ਹੋ ਜਾਂਦਾ ਹੈ। ਨਿਧਿਆਸਨ ਕਰਨ ਦੇ ਨਾਲ ਪੁਣਾ ਪੁਣਾ ਉਸ ਉਪਦੇਸ਼ ਦਾ ਅਭਿਆਸ ਕਰਨ ਦੇ ਨਾਲ ਵਿਪਰਜੇ ਸੰਸਾ ਦੂਰ ਹੋ ਜਾਂਦਾ ਹੈ। ਇਸ ਲਈ ਕੌਲ ਨਾਗ ਰਾਜਾ ਆਪ ਜੀ ਨੂੰ ਕਹਿੰਦਾ ਹੈ, ਕਟਹੁ ਮੁਝੈ ਸੰਸੈ ਤੇ ਸ਼ੂਸ਼ਾਂ, ਮੈਨੂੰ ਸਭ ਪ੍ਰਕਾਰ ਦੇ ਸੰਸਿਆਂ ਤੋਂ ਖਾਲੀ ਕਰ ਦੇਵੋ, ਨਿਰਸੰਸ ਕਰ ਦੇਵੋ, ਭਾਵ ਸੰਸਿਆਂ ਤੋਂ ਰਹਿਤ ਕਰ ਦੇਵੋ। ਸੁਨ ਕਰ ਬੋਲੇ ਬਚਨ ਕਿਰਪਾਲਾ, ਕਿਰਪਾਲੂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਰਾਜੇ ਦੇ ਬਚਨ ਸੁਣ ਕਰਕੇ ਆਪ ਜੀ ਇਸ ਪ੍ਰਕਾਰ ਦੇ ਬਚਨ ਕਹਿਣ ਲੱਗੇ ਹਨ, ਬਚਨ ਬੋਲੇ ਹਨ। ਸਭ ਤੇ ਜਾਣੋ ਗ੍ਰਸਤ ਵਿਸਾਲਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਐ ਰਾਜਨ, ਆ ਜਿਹੜੇ ਚਾਰੇ ਆਸ਼ਰਮ ਹਨ, ਇਹਨਾਂ ਸਾਰਿਆਂ ਤੋਂ ਜਾਣਨਾ ਕਰੋ। ਜਿਹੜਾ ਗ੍ਰਸਤ ਆਸ਼ਰਮ ਹੈ ਇਹ ਮਹਾਨ ਹੈ। ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਵਰਣਨ ਕੀਤਾ ਹੈ, ਸਕਲ ਧਰਮ ਮੈਂ ਗ੍ਰਸਤ ਪ੍ਰਧਾਨ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਘਰ ਵਾਰੀ ਹੋਏ ਸਿੱਖ ਘਰ ਵਾਰੀ ਪੈਰੀ ਪਾਇਆ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਹਨਾਂ ਸਾਰਿਆਂ ਆਸ਼ਰਮਾਂ ਤੋਂ ਮਹਾਨ ਗ੍ਰਸਤ ਆਸ਼ਰਮ ਹੈ, ਜਾਣਨਾ ਕਰੋ। ਉਤਪਤ ਕਾਰਨ ਹਾਰ ਸਭ ਹੀ ਕੋ, ਸਾਰਿਆਂ ਨੂੰ ਪੈਦਾ ਕਰਨ ਵਾਲਾ ਹੈ। ਸੰਤ ਭਗਤ ਰਿਸ਼ੀ ਮੁਨੀ ਪੀਰ ਪੈਗੰਬਰ ਔਲੀਏ ਅਵਤਾਰ ਸਾਰੇ ਗ੍ਰਸਤ ਆਸ਼ਰਮ ਦੇ ਵਿੱਚੋਂ ਹੀ ਪੈਦਾ ਹੁੰਦੇ ਹਨ। ਉਤਪਤ ਕਾਰਨ ਹਾਰ ਸਭ ਹੀ ਕੋ, ਸਤਿਗੁਰੂ ਜੀ ਕਹਿੰਦੇ, ਐ ਕੌਲ ਨਾਗ ਰਾਜਨ, ਇਹ ਗ੍ਰਸਤ ਧਰਮ ਜਿਹੜਾ ਹੈ, ਗ੍ਰਸਤ ਆਸ਼ਰਮ ਹੈ, ਇਹ ਸਾਰਿਆਂ ਦੀ ਪਦਾਇਸ਼ ਨੂੰ ਕਰਨ ਵਾਲਾ ਹੈ। ਬਹੁਰੋ ਪਾਲਨ ਘਰ ਹੈ ਨੀਕੋ, ਬਹੁਰੋ ਦਾ ਅਰਥ ਹੈ ਫੇਰ। ਇਹਨਾਂ ਸਾਰਿਆਂ ਦੀ ਪਾਲਣਾ ਚੰਗੇ ਢੰਗ ਦੇ ਨਾਲ ਕਰਦਾ ਹੈ। ਜੋ ਇਸੇ ਲਈ ਭਗਤ ਕਬੀਰ ਸਾਹਿਬ ਜੀ ਨੇ ਬਚਨ ਕਹੇ ਹਨ ਕਿ ਜਿਹੜਾ ਗ੍ਰਸਤ ਆਸ਼ਰਮ ਹੈ, ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇਸ ਲਈ ਸਤਿਗੁਰੂ ਸਾਹਿਬ ਜੀ ਫਰਮਾਉਂਦੇ ਨੇ,
ਬੌਰੂ ਦਾ ਅਰਥ ਹੈ ਇਹ ਫੇਰ ਮੁੜ ਕੇ ਜਿਹੜਾ ਗ੍ਰਹਿਸਥ ਆਸ਼ਰਮ ਹੈ, ਇਹ ਨੀਕੂ ਦਾ ਅਰਥ ਹੈ ਚੰਗੇ ਢੰਗ ਦੇ ਨਾਲ ਸਾਰਿਆਂ ਦੀ ਪਾਲਣਾ ਕਰਦਾ ਹੈ। ਜੋ ਜਲ ਕਮਲਨ ਕੋ ਨਿਪ ਜਾਈ ਜਿਸ ਪ੍ਰਕਾਰ ਜਲ ਤੋਂ ਕਵਲ ਪੈਦਾ ਹੁੰਦੇ ਹਨ, ਜਿਉਂ ਜਲ ਕਮਲਨ ਕੋ ਨਿਪ ਜਾਈ, ਜਿਵੇਂ ਜਿਸ ਪ੍ਰਕਾਰ ਜਲ ਜਿਹੜਾ ਹੈ ਕਮਲਾਂ ਨੂੰ ਪੈਦਾ ਕਰਦਾ ਹੈ। ਪੂਰੋ ਪਾਲਨ ਕਰ ਹੈ ਬਨਾਈ ਤੇ ਫੇਰ ਬਣਾ ਕਰਕੇ ਉਹਨਾਂ ਕਮਲਾਂ ਦੇ ਫੁੱਲਾਂ ਦੀ ਪਾਲਣਾ ਕਰਦਾ ਹੈ। ਫੂਲ ਬਿਟਪ ਕੋ ਗ੍ਰਸਤ ਪਛਾਨੋ ਹੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਇਸ ਮੂਲ ਬਿਟਪ ਕੋ ਗ੍ਰਸਤ ਪਛਾਨੋ, ਗ੍ਰਸਤ ਨੂੰ ਦਰਖਤ ਦਾ ਮੁੱਢ ਜਿਹੜਾ ਹੈ ਉਹ ਪਛਾਨਣਾ ਕਰੋ, ਸਮਝਣਾ ਕਰੋ। ਆਸਰਮ ਅਪਰ ਜੇ ਸਾਖਾ ਜਾਨੋ। ਹੋਰ ਜਿਹੜੇ ਬ੍ਰਹਮਚਰਜ, ਬਾਣਪ੍ਰਸਥ ਤੇ ਸੰਨਿਆਸ ਆਸ਼ਰਮ ਹਨ ਤਿੰਨੇ, ਹੋਰ ਜਿਹੜੇ ਇਹ ਆਸ਼ਰਮ ਹਨ ਸਾਖਾ ਮਾਨੋ। ਇਸ ਗ੍ਰਹਿਸਥ ਰੂਪੀ ਆਸ਼ਰਮ ਦਾ ਦਰਖਤ ਜਿਹੜਾ ਹੈ ਇਹ ਮੁੱਢ ਹੈ ਗ੍ਰਹਿਸਥ ਆਸ਼ਰਮ, ਤੇ ਇਹ ਟਾਹਣੀਆਂ ਜਾਣਨਾ ਕਰੋ। ਬਾਕੀ ਦੇ ਜਿਹੜੇ ਹੋਰ ਆਸ਼ਰਮ ਹਨ, ਗ੍ਰਹਿਸਥ ਰੂਪੀ ਬ੍ਰਿਸ਼ ਦਾ ਜਿਹੜਾ ਮੁੱਢ ਹੈ ਉਹਦੀਆਂ ਇਹ ਟਾਹਣੀਆਂ ਹਨ, ਜਾਣਨਾ ਕਰੋ, ਮੰਨਣਾ ਕਰੋ। या गोलक हो समुद्र समाना। ਜਾਕੋ ਦਾ ਅਰਥ ਹੈ ਤੇ ਇਸ ਗ੍ਰਹਿਸਥ ਆਸ਼ਰਮ ਨੂੰ ਸਮੁੰਦਰ ਦੇ ਸਦਰਸ਼, ਜਿਸ ਨੂੰ ਜਾਣਨਾ ਕਰੋ। मुक्ता दिक निकसत है नाना। ਮੋਤੀ ਆਦਿਕ ਅਨੇਕਾਂ ਇਸੇ ਦੇ ਵਿੱਚੋਂ ਹੀ ਆਸ਼ਰਮ ਨਿਕਲਦੇ ਹਨ, ਅਨੇਕਾਂ ਪ੍ਰਕਾਰ ਦੇ। ब्रह्मचर्य पुन बान प्रस्ता। ਸਤਿਗੁਰੂ ਸਾਹਿਬ ਜੀ ਕਹਿੰਦੇ ਬ੍ਰਹਮਚਰਜ ਜਿਹੜਾ 1 ਸਾਲ ਤੋਂ 25 ਸਾਲ ਤੱਕ ਹੈ, ਤੇ ਫਿਰ ਜਿਹੜਾ ਬਾਣਪ੍ਰਸਥ 75 ਸਾਲ ਤੋਂ ਉਹ ਆਪਣਾ 50 ਸਾਲ ਤੋਂ 75 ਸਾਲ ਤੱਕ ਹੈ। हर संन्यास सबन को करता। ਅਤੇ ਜਿਹੜਾ ਸੰਨਿਆਸ ਹੈ 75 ਤੋਂ 100 ਸਾਲ ਤੱਕ, ਇਹ ਸਾਰਿਆਂ ਦੇ ਤਾਈਂ ਗ੍ਰਹਿਸਥ ਆਸ਼ਰਮ ਹੀ ਕਰਨ ਵਾਲਾ ਹੈ। पंड खाए अरदान करे। ਜਿਹੜਾ ਇਸ ਗ੍ਰਹਿਸਥ ਧਰਮ ਦੇ ਵਿੱਚ, ਆਸ਼ਰਮ ਦੇ ਵਿੱਚ ਰਹਿ ਕੇ ਆਪਣੀ ਧਰਮ ਦੀ ਕਿਰਤ ਕਰਕੇ, ਕਿਉਂਕਿ ਸਤਿਗੁਰੂ ਸਾਹਿਬ ਜੀ ਨੇ 3 ਬੁਨਿਆਦੀ ਅਸੂਲ ਬਖਸ਼ਿਸ਼ ਕੀਤੇ ਹਨ। ਕਿਰਤ ਕਰੋ, ਨਾਮ ਜਪੋ, ਵੰਡ ਕੇ ਛਕੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜਾ ਵੰਡ ਕਰਕੇ ਛਕਦਾ ਹੈ ਅਤੇ ਆਪਣੀ ਧਰਮ ਦੀ ਕਿਰਤ ਦੇ ਵਿੱਚੋਂ ਯਥਾ ਯੋਗ ਦਾਨ ਕਰਦਾ ਹੈ, ਇਸ ਪ੍ਰਕਾਰ ਹਜੂਰ ਫਰਮਾਉਂਦੇ ਹਨ। सूचना फिर अब जागत जेई। ਛੂਛ ਨਾ ਫਿਰੈ ਅਭਿਆਗਤ ਜੋਈ, ਤੇ ਜਿਸ ਦੇ ਦਰਵਾਜ਼ੇ ਤੋਂ ਖਾਲੀ ਨਾ ਮੁੜੇ, ਜਿਹੜਾ ਅਭਿਆਗਤ ਹੈ, ਕੋਈ ਅਤਿਥੀ ਹੈ। नीर कूप जे निकसत नाही। ਸਤਿਗੁਰੂ ਸੱਚੇ ਪਾਤਸ਼ਾਹ ਜੀ ਅਜੰਪਲ ਦਿੰਦੇ ਹਨ, ਦ੍ਰਿਸ਼ਟਾਂਤ ਦਿੰਦੇ ਹਨ। ਨੀਰ ਕੂਪ ਜੇ ਨਿਕਸਤ ਨਾਹੀ,
ਬਈ ਆ ਜਿਹੜਾ ਖੂਹ ਦਾ ਜਲ ਹੈ ਤੇ ਜੇ ਉਹਦੇ ਵਿੱਚੋਂ ਨਿਕਲਦਾ ਨਹੀਂ ਹੈ हैरत गंदा हवै तिस माही ਤੇ ਇੱਕ ਥਾਂ ਖੜਾ ਹੋਇਆ ਜਿਹੜਾ ਪਾਣੀ ਹੈ ਖੂਹ ਦੇ ਵਿੱਚ ਉਹ ਗੰਦਾ ਹੋ ਜਾਂਦਾ ਹੈ एक सद रह नीर जे ताहूं ਤੇ ਇਸ ਖੂਹ ਦੇ ਵਿੱਚੋਂ ਜੇ ਪਾਣੀ ਜਲ ਨਿਕਲਦਾ ਰਹੇ मधुर होए जानह सब कानून ਸਭ ਕੋਈ ਇਸ ਪ੍ਰਕਾਰ ਜਾਣਦੇ ਹਨ ਫਿਰ ਉਹ ਜਿਹੜਾ ਜਲ ਮਿੱਠਾ ਹੁੰਦਾ ਹੈ देव गृहस्थी की रीत सुहाई ਇਸੇ ਪ੍ਰਕਾਰ ਤਿਵੇਂ ਹੀ ਗ੍ਰਹਸਤੀ ਦੀ ਮਰਜ਼ਾਦਾ ਸੋਭਦੀ ਹੈ कर है जे नर इत उत सुख पाई ਤੇ ਜਿਹੜੇ ਮਨੁੱਖ ਉਸ ਮਰਜ਼ਾਦਾ ਦੇ ਵਿੱਚ ਰਹਿ ਕੇ ਆਪਣੀ ਧਰਮ ਦੀ ਕਿਰਤ ਕਰਕੇ ਨਾਮ ਜਪ ਕੇ ਵੰਡ ਕੇ ਛਕਦੇ ਹਨ ਤੇ ਯਥਾ ਯੋਗ ਦਸਵੰਧ ਕੱਢ ਕੇ ਉਹਦਾ ਦਾਨ ਕਰਦੇ ਹਨ ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰਹੀ ਗੰਗਾ ਕਾ ਨੀਰ ਤੇ ਜਿਹੜੇ ਇਸ ਪ੍ਰਕਾਰ ਕਰਦੇ ਹਨ ਮਨੁੱਖ ਉਹ ਲੋਕ ਪਰਲੋਕ ਦੇ ਵਿੱਚ ਇੱਥੇ ਉਥੇ ਸੁਖ ਪਾਉਂਦੇ ਹਨ रिश्त बिखै आत्म अभियासा ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਗ੍ਰਹਸਥ ਧਰਮ ਦੇ ਵਿੱਚ ਆਸ਼ਰਮ ਦੇ ਵਿੱਚ ਰਹਿ ਕੇ ਹੀ ਆਤਮਾ ਦਾ ਅਭਿਆਸ ਹੁੰਦਾ ਹੈ ਮਨ ਨੂੰ ਰੋਕਣ ਦਾ करते रह सिमरह सुख रासा ਤੇ ਜਿਹੜੇ ਮਨ ਨੂੰ ਰੋਕਣ ਦਾ ਅਭਿਆਸ ਕਰਦੇ ਰਹਿੰਦੇ ਨੇ ਭਜਨ ਸਿਮਰਨ ਕਰਕੇ ਗੁਰਬਾਣੀ ਦਾ ਜਾਪ ਕਰਕੇ ਸਿਮਰਹਿ ਸੁਖ ਰਸਾ ਸੁਖਾਂ ਦੀ ਔਦੀ ਪੂੰਜੀ ਵਾਹਿਗੁਰੂ ਦੇ ਨਾਮ ਨੂੰ ਸਿਮਰਦੇ ਹਨ भावो भगत कर कृत को करही ਅਤੇ ਪ੍ਰੇਮਾ ਭਗਤੀ ਕਰਕੇ ਆਪਣੀ ਧਰਮ ਦੀ ਕਿਰਤ ਨੂੰ ਕਰਦੇ ਹਨ ਉੱਤਮ ਖੇਤੀ ਮੱਧਮ ਵਪਾਰ ਤੀਜੇ ਦਰਜੇ ਤੇ ਨੌਕਰੀ ਨੂੰ ਕਿਹਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਬਈ ਜਿਹੜੇ ਪ੍ਰੇਮਾ ਭਗਤੀ ਕਰਕੇ ਤੇ ਆਪਣੀ ਕਿਰਤ ਨੂੰ ਕਰਦੇ ਹਨ इनकी उपमा कौन उचरही ਸਤਿਗੁਰੂ ਜੀ ਕਹਿੰਦੇ ਤਿੰਨਾਂ ਦੀ ਉਪਮਾ ਕੌਣ ਉਚਾਰਨ ਕਰਕੇ ਕਹਿ ਸਕਦਾ ਹੈ ਉਹ ਤੇ ਮਹਾਨ ਹਨ ਇਸ ਲਈ ਤਿੰਨ ਕੀ ਉਪਮਾ ਕੌਣ ਉਚਰਹੀ ਤਿੰਨਾਂ ਦੀ ਉਪਮਾ ਕੌਣ ਉਚਾਰਨ ਕਰ ਸਕਦਾ ਹੈ ਕਹਿ ਸਕਦਾ ਹੈ बेल संग खरबूजा जोई ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜਿਹੜਾ ਬੇਲ ਦੇ ਨਾਲ ਖਰਬੂਜਾ ਲੱਗਿਆ ਹੁੰਦਾ ਹੈ हवै परपक मधुरो अत सोई ਉਹ ਆਤਸ਼ਾ ਕਰਕੇ ਐਨ ਪਰਪੱਕ ਪੱਕ ਜਾਂਦਾ ਹੈ ਤੇ ਆਤਸ਼ਾ ਕਰਕੇ ਫਿਰ ਮਿੱਠਾ ਹੁੰਦਾ ਹੈ ਬੜਾ ਸਵਾਦ ਵਾਲਾ ਟੇਸਟੀ ਹੁੰਦਾ ਹੈ जे डाली ते तोर पकावै ਜਿਹੜਾ ਕੋਈ ਵੇਲ ਦੀ ਡਾਲੀ ਨਾਲੋਂ ਤੋੜ ਕਰਕੇ ਉਸ ਨੂੰ ਪਕਾਉਂਦਾ ਹੈ मधुर थोर पुन दाग लगावै ਮਦਰ ਥੋਰ ਉਹ ਮਿੱਠਾ ਥੋੜਾ ਹੁੰਦਾ ਹੈ ਤੇ ਫਿਰ ਉਹਨੂੰ ਦਾਗ ਵੀ ਲੱਗ ਜਾਂਦਾ ਹੈ ਜਿਹੜਾ ਵੇਲ ਦੇ ਨਾਲ ਲੱਗਿਆ ਹੁੰਦਾ ਖਰਬੂਜਾ ਉਹ ਕੁਦਰਤੀ ਤੌਰ ਤੇ ਪਰਮੇਸ਼ਰ ਦੀ ਕੁਦਰਤ ਦੇ ਨਾਲ ਪੱਕਦਾ ਹੈ ਤੇ ਉਹਨੂੰ ਦਾਗ ਵੀ ਨਹੀਂ ਲੱਗਦਾ ਤੇ ਮਿੱਠਾ ਵੀ ਹੁੰਦਾ ਹੈ ਪੂਰਾ ਇਸ ਲਈ ਸਤਿਗੁਰੂ ਜੀ ਕਹਿੰਦੇ ਜਿਹੜਾ ਬੇਲ ਦੀ ਡਾਲੀ ਨਾਲੋਂ
ਵੱਲ ਦੀ ਜਿਹੜੀ ਡਾਲੀ ਹੈ ਉਸ ਦੇ ਨਾਲੋਂ ਜਿਹੜਾ ਤੋੜ ਕੇ ਪਕਾਉਂਦੇ ਹਨ ਉਹ ਮਿੱਠਾ ਥੋੜਾ ਹੁੰਦਾ ਹੈ ਤੇ ਫਿਰ ਉਸ ਨੂੰ ਦਾਗ ਵੀ ਲੱਗ ਜਾਂਦਾ ਹੈ। ਸੁਨੇ ਬਚਨ ਹਰ ਖਾਏ ਭੁਲਾਵਾ, ਸੁਨੇ ਬਚਨ ਹਰ ਖਾਏ ਭੁਪਾਲਾ। ਜਦੋਂ ਆਪ ਜੀ ਦੇ ਇਸ ਪ੍ਰਕਾਰ ਦੇ ਬਚਨ ਸੁਣੇ ਨੇ ਤੇ ਕੌਲ ਨਾਗ ਰਾਜਾ ਮਹਾਨ ਖੁਸ਼ ਹੋਇਆ ਹੈ। ਇਸੇ ਪ੍ਰਕਾਰ ਜਿਹੜਾ ਜੈਸੀ ਉਪਜੀ ਪੀੜ ਤੇ ਜੋ ਤੈਸੀ ਨਿਭ ਹੈ ਓੜ, ਹੀਰਾ ਕਿਸ ਕਾ ਬਾਪਰਾ ਤੁਝਾ ਨ ਰਤਨ ਕਰੋੜ। ਜਿਹੜਾ ਗ੍ਰਸਥ ਆਸ਼ਰਮ ਦੇ ਵਿੱਚ ਰਹਿ ਕੇ ਗ੍ਰਸਥ ਧਰਮ ਦੇ ਵਿੱਚ ਰਹਿ ਕੇ ਵਾਹਿਗੁਰੂ ਪਰਮੇਸ਼ਰ ਦੇ ਭਜਨ ਸਿਮਰਨ ਦੇ ਨਾਲ ਲੱਗਿਆ ਰਹਿੰਦਾ ਹੈ ਤੇ ਉਹ ਭਗਤੀ ਦੀ ਪਰਪੱਕਤਾ ਵਾਲੀ ਅਵਸਥਾ ਵਾਲਾ ਹੋ ਜਾਂਦਾ ਹੈ ਤੇ ਉਹਦੀ ਰਸਨਾ ਤੇ ਨਾਮ ਦਾ ਸਵਾਦ ਵੀ ਪੂਰਾ ਉਹਨੂੰ ਆਉਂਦਾ ਹੈ। ਇਸ ਲਈ ਤੇ ਕਿਸੇ ਪ੍ਰਕਾਰ ਦਾ ਬਕਾਰਾਂ ਕਰਕੇ ਦਾਗੀ ਨਹੀਂ ਹੁੰਦਾ ਹੈ। ਇਸ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ ਤੇ ਰਾਜਾ ਜਿਹੜਾ ਹੈ ਕੌਲ ਨਾਗ ਆਪ ਜੀ ਦੇ ਬਚਨ ਸੁਣ ਕੇ ਮਹਾਨ ਖੁਸ਼ ਹੋਇਆ ਹੈ। ਬੰਧਨ ਕਹਿ ਹੁਐ ਨ ਮਰ ਵਿਸਾਲਾ, ਆਪ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਮਹਾਨ ਨਿਮਰਤਾ ਦੇ ਸਮੇਤ ਹੋਇਆ ਹੈ। ਕੇਤਕ ਦਿਵਸ ਨਿਸਪੁਰ ਮਹਿ ਡੋਰਾ, ਕੇਤਕ ਦਿਵਸ ਨਿਜਪੁਰ ਮੈਂ ਡੇਰਾ। ਕਿਤਨੇ ਕੁ ਦਿਨ ਆਪਣੇ ਸ਼ਹਿਰ ਦੇ ਵਿੱਚ ਸਤਿਗੁਰਾਂ ਦਾ ਜਿਹੜਾ ਡੇਰਾ ਹੈ ਰਾਖਿਓ ਕਰਕੇ ਭਾਵੋ ਕਨੇਰਾ। ਇਸ ਕੌਲ ਨਾਗ ਰਾਜੇ ਨੇ ਬਹੁਤ ਪ੍ਰੇਮ ਕਰਕੇ ਤੇ ਆਪ ਆਪਣੇ ਸ਼ਹਿਰ ਦੇ ਵਿੱਚ ਨਗਰ ਦੇ ਵਿੱਚ ਆਪ ਜੀ ਦਾ ਡੇਰਾ ਰੱਖਿਆ ਹੈ। ਭਾਵ ਆਪ ਜੀ ਦਾ ਜਿਹੜਾ ਪੜਾਅ ਹੈ ਉਹ ਰੱਖਿਆ ਹੈ। ਉਪਦੇਸ਼ ਦੀਨ ਜਗ ਦੇਸਾ, ਜਗਤ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਤਿਸ ਦੇ ਤਾਈਂ ਉਪਦੇਸ਼ ਦਿੱਤਾ ਹੈ। ਸਿਮਰਨ ਲਾਗਿਓ ਕਰਨ ਨਰੇਸਾ, ਤੇ ਚਰਨ ਪਹੁਲ ਲੈ ਕੇ ਇਹਨੇ ਸਿੱਖੀ ਪ੍ਰਾਪਤ ਕੀਤੀ ਹੈ ਤੇ ਫਿਰ ਜਿਹੜਾ ਇਹ ਰਾਜਾ ਹੈ ਵਾਹਿਗੁਰੂ ਦਾ ਸਿਮਰਨ ਮੂਲ ਮੰਤਰ ਤੇ ਗੁਰ ਮੰਤਰ ਦਾ ਸਿਮਰਨ ਕਰਨ ਲੱਗਿਆ ਹੈ। ਕਰਨੀ ਭਗਤ ਤਬ ਹੈ ਪ੍ਰਗਟਾਈ, ਵਾਹਿਗੁਰੂ ਦੀ ਜਿਹੜੀ ਭਗਤੀ ਹੈ ਤੇ ਉਹ ਤਦੋਂ ਪ੍ਰਗਟ ਕੀਤੀ ਹੈ। ਭਾਵ ਜਿਹੜੀ ਵਾਹਿਗੁਰੂ ਦੀ ਭਗਤੀ ਕਰਨੀ ਹੈ ਇਹ ਮਹਾਨ ਸਭ ਤੋਂ ਉੱਤਮ ਕਰਨੀ ਹੈ। ਇਹ ਤਦੋਂ ਸਤਿਗੁਰਾਂ ਨੇ ਪ੍ਰਗਟ ਕੀਤੀ ਹੈ। ਗੁਰ ਸਿੱਖੀ ਕੀ ਰੀਤ ਚਲਾਈ, ਗੁਰ ਸਿੱਖੀ ਦੀ ਜਿਹੜੀ ਮਰਜ਼ਾਦਾ ਹੈ ਉਹ ਚਲਾਈ ਹੈ। ਇਦਾ ਹੋਏ ਗਮਨੇ ਗੁਣ ਖਾਨੀ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਥੋਂ ਵਿਦਾ ਹੋ ਕਰਕੇ ਗੁਣਾਂ ਦੀ ਖਾਣੀ ਅੱਗੇ ਨੂੰ ਚੱਲੇ ਹਨ। ਮਰਦਾਨੇ ਸੋ ਬੋਲੇ ਬਾਣੀ, ਭਾਈ ਮਰਦਾਨੇ ਦੇ ਨਾਲ ਇਸ ਪ੍ਰਕਾਰ ਦੀ ਬਾਣੀ ਆਪ ਜੀ ਕਹਿਣ ਲੱਗੇ ਹਨ। ਅਸ਼ਟ ਖੰਡ ਇਹ ਤੁਝੇ ਦਿਖਾਏ, ਸਤਿਗੁਰੂ ਜੀ ਕਹਿੰਦੇ ਲੈ ਬਈ ਮਰਦਾਨਿਆਂ ਤੈਨੂੰ ਜਿਹੜੇ ਇਹ 8 ਖੰਡ ਨੇ ਉਹ ਦਿਖਾ ਦਿੱਤੇ ਹਨ। ਨੌਵੇਂ ਭਾਰਤ
ਖੰਡ ਗਿਨਾਏ। ਅਤੇ ਜਿਹੜਾ ਨੌਵਾਂ ਭਾਰਤ ਖੰਡ ਹੈ ਉਹ ਗਿਨਾਏ ਵਿਚਾਰ ਨਾ ਕਰ ਆਵੇਗਾ। ਚੱਲ ਕਰ ਅਬ ਹੈ ਦਿਖਾਵਹਿ ਉਹੀ। ਮਰਦਾਨਾ ਜੀ ਚੱਲ ਕਰਕੇ ਅਬ ਦਿਖਾਵੈ ਉਹੀ। ਉਹ ਜਿਹੜਾ ਭਾਰਤ ਖੰਡ ਹੈ ਉਹ ਤੈਨੂੰ ਦਿਖਾਵਾਂਗੇ ਹੁਣ। यह परवार मदन है तोही। ਜਿਹੇ ਪਰਿਵਾਰ ਸਦਨ ਹੈ ਤੋਹੀ। ਜਿਸ ਭਾਰਤ ਖੰਡ ਦੇ ਵਿੱਚ ਤੇਰੇ ਪਰਿਵਾਰ ਦਾ ਘਰ ਹੈ। उन मर्दाने उन बच भाका। ਸੁਣ ਕਰਕੇ ਭਾਈ ਮਰਦਾਨੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਫੇਰ ਬਚਨ ਕਿਹਾ ਹੈ। चल हो प्रभु जित के अब लाखा। ਮਰਦਾਨਾ ਹੱਥ ਜੋੜ ਕੇ ਕਹਿਣ ਲੱਗਿਆ, ਮਾਲਕ ਸਤਿਗੁਰੂ ਸਾਹਿਬ ਜੀ ਜਿੱਧਰ ਨੂੰ ਜਾਣ ਦੀ ਆਪ ਜੀ ਦੀ ਇੱਛਾ ਹੈ, ਆਪ ਜੀ ਕਿਰਪਾ ਕਰਕੇ ਚੱਲੋ। तुम करुणा ते दिखे सथाना। ਤੁਸਾਂ ਦੀ ਕਿਰਪਾ ਦੇ ਨਾਲ, ਆਪ ਜੀ ਦੀ ਕਿਰਪਾ ਦੇ ਨਾਲ ਇਹ ਸਾਰੇ ਅਸਥਾਨ ਅਸੀਂ ਦੇਖੇ ਹਨ। नत हमसे जंतन कह जाना। ਨਹੀਂ ਸਾਡੇ ਵਰਗੇ ਜੀਵ ਵਿਚਾਰੇ ਕੀ ਸੀ ਜਿਹੜੇ ਇੰਨਾ ਕੁਝ ਦੇਖ ਲੈਂਦੇ। ਗ੍ਰਸਤੀਆਂ ਤੋਂ ਘਰੋਂ ਹੀ ਨਹੀਂ ਨਿਕਲਿਆ ਜਾਂਦਾ। ਮਹਾਰਾਜ ਆਪ ਜੀ ਕਿਰਪਾ ਕਰੋ, ਤੁਹਾਡੀ ਕਿਰਪਾ ਦੇ ਨਾਲ ਹੀ ਇਹ ਸਭ ਕੁਝ ਦੇਖਿਆ ਹੈ। ਇਸ ਲਈ ਮਰਦਾਨਾ ਜੀ ਕਹਿੰਦੇ ਹਨ ਵਿਖੇ ਸਥਾਨਾ ਵੀ ਤੁਹਾਡੀ ਕਿਰਪਾ ਨਾਲ ਇਹ ਸਾਰੇ ਅਸਥਾਨ ਦੇਖੇ ਨੇ ਤੁਸਾਂ ਦੀ ਕਿਰਪਾ ਨਾਲ। ਨਾ ਤਾਂ ਹਮਸੇ ਜੰਤਨ ਕਿਹ ਜਾਣਾ। ਨਹੀਂ ਤੇ ਸਾਡੇ ਵਰਗੇ ਜੀਵਾਂ ਨੇ ਕਿੱਥੋਂ ਜਾਣਾ ਸੀ ਤੇ ਕੀ ਜਾਣਨਾ ਸੀ। इस प्रकार बोलत बिगसाए। ਇਸ ਪ੍ਰਕਾਰ ਦੇ ਬਚਨ ਕਰਦੇ ਆਪ ਜੀ ਪ੍ਰਸੰਨ ਹੋਏ ਹਨ। तत छिन जम्मू पुर मह आए। ਤਤਸ਼ਣ ਦਾ ਅਰਥ ਹੈ ਛੇਤੀ ਜੰਮੂ ਸ਼ਹਿਰ ਦੇ ਵਿੱਚ ਆਏ ਹਨ। इक रमणीक थान तह एकू। ਉਥੇ ਸੁੰਦਰ ਅਸਥਾਨ ਦੇਖ ਕਰਕੇ ਇੱਕ बैठ गए तब जलद विवेकू। ਗਿਆਨ ਦੇ ਸਮੁੰਦਰ ਤਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੇ ਬੈਠ ਗਏ ਹਨ। श्री अंगद सुन कथा महानी। ਭਾਈ ਵਾਲਾ ਜੀ ਕਹਿਣ ਲੱਗੇ, ਸੁਭਾਏ ਮਾਨ ਗੁਰੂ ਅੰਗਦ ਸਾਹਿਬ ਜੀ ਮਹਾਨ ਕਥਾ ਸੁਣਨਾ ਕਰੋ। मुझ सो बोलत पे असबानी। ਫੇਰ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮੇਰੇ ਨਾਲ ਇਸ ਪ੍ਰਕਾਰ ਦੀ ਬਾਣੀ ਕਹਿਣ ਲੱਗੇ ਹਨ। जामवंत बालक जो भारी। ਜਾਮਵੰਤ ਭਾਲਕ ਜੋ ਭਾਰੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਬਈ ਜਾਮਵੰਤ ਜਿਹੜਾ ਬੜਾ ਭਾਰੀ ਰੈਸ਼ ਹੈ, ਰੈਸ਼ ਸੀ। के नाम सो नगर उचारी। ਤਿਸ ਦੇ ਨਾਮ ਤੇ ਇਹ ਨਗਰੀ ਬਸੀ ਹੋਈ ਹੈ ਤੇ ਕਹੀ ਦੀ ਹੈ ਉਹ बड्डी गुफा जिस मह तिस बासा। ਉਹ ਬਹੁਤ ਸਾਰੀ ਵੱਡੀ ਗੁਫਾ ਹੈ ਤੇ ਜਿਸ ਦੇ ਵਿੱਚ ਉਹ ਜਾਮਵੰਤ ਤਿਸ ਦੇ ਵਿੱਚ ਜਿੱਥੇ ਉਹ ਜਿਸ ਵਿੱਚ ਵੱਸਦਾ ਸੀ। चिरंकाल जीवियो बल रासा। ਤੇ ਬੜਾ ਚਿਰ ਸਮਾਂ ਉਹ ਜੋਰ ਦੀ ਬਲ ਦੀ ਖਾਣੀ ਜਿਉਇਆ ਸੀ। दोहरा जब श्री बावन जी पे। ਜਦੋਂ ਸੁਭਾਏ ਮਾਨ
52 ਅਵਤਾਰ ਜੀ ਹੋਏ ਹਨ। बल छलने के हेत ਬਾਲ ਰਾਜੇ ਨੂੰ ਛਲਣ ਵਾਸਤੇ तीन लोक दव कर्म कर मादे ਆ ਜਿਹੜੇ ਤਿੰਨ ਲੋਕ ਸੀ ਦੋ ਕਰਮਾਂ ਦੇ ਵਿੱਚ ਮੇਣ ਦਿੱਤੇ ਮੇਨੇ ਲਏ ਸੀ। कृपा निकेत ਇਸ ਪ੍ਰਕਾਰ ਕਿਰਪਾ ਦੇ ਘਰ ਨੇ। ਇਸ ਪ੍ਰਕਾਰ ਸਤਿਗੁਰੂ ਸਾਹਿਬ ਜੀ ਕਹਿੰਦੇ ਹਨ ਕਿਰਪਾ ਨਿਕੇਤ ਕਿਰਪਾ ਦੇ ਘਰ ਨੇ। 2100 इन पर दक्षन दीनी 2100 ਇਨ ਪ੍ਰਦਰਸ਼ਨ ਦੇਣੀ ਤੇ 21 ਜਿਹੜੀਆਂ ਇਹਨਾਂ ਦੀਆਂ ਪ੍ਰਕਰਮਾਂ ਦਿੱਤੀਆਂ। एक मुहूर्त मह कर दीनी ਇੱਕ ਮਹੂਰਤ ਮੈਂ ਕਰ ਲਈ ਤੇ ਇੱਕ ਘੜੀ ਦੇ ਸਮੇਂ ਦੇ ਵਿੱਚ ਹੀ ਕਰ ਲਈ। महाबली सो बेग बढ़ जामै ਮਹਾਨ ਬਲ ਵਾਲੇ ਤੇ ਬਹੁਤ ਬੇਗ ਤੇਜ ਜਿਸ ਦੇ ਵਿੱਚ ਸੀ ਮਹਾਨ। ये तो बल कहिए कहो न कामै ਤੇ ਇਤਨਾ ਜ਼ੋਰ ਦੱਸੋ ਕਿਸ ਦੇ ਵਿੱਚ ਕਹਿਣਾ ਕਰੀਏ ਹੈ। उन श्री रामचंद जग होए ਸੁਭਾਏ ਮਾਨ ਸ੍ਰੀ ਰਾਮਚੰਦਰ ਜੀ ਸੰਸਾਰ ਦੇ ਵਿੱਚ ਅਵਤਾਰ ਧਾਰ ਕੇ ਹੋਏ ਹਨ। इन निज भगतन के दुख खोए ਜਿਨ੍ਹਾਂ ਨੇ ਆਪਣੇ ਭਗਤਾਂ ਦੇ ਦੁੱਖ ਦੂਰ ਕੀਤੇ ਹਨ ਨਾਸ਼ ਕੀਤੇ ਹਨ। इनके संग लंक मह गयो ਤੇ ਤਿਨਾਂ ਦੇ ਨਾਲ ਫਿਰ ਇਹ ਲੰਕਾ ਦੇ ਵਿੱਚ ਗਿਆ ਸੀ। अधिक जोत तह होवत पयो ਉੱਥੇ ਬਹੁਤ ਮਹਾਨ ਜੰਗ ਹੋਇਆ ਸੀ परियो पराक्रम रण मह भारी ਅਤੇ ਮੈਦਾਨੇ ਜੰਗ ਦੇ ਵਿੱਚ ਬੜਾ ਬਲ ਕੀਤਾ ਸੀ। हते निसाचर अत बलकारी ਤੇ ਨਸਾਚਰ ਦਾ ਅਰਥ ਹੈ ਵੀ ਜਿਹੜੇ ਦੈਂਤ ਸੀ ਆਤਸ਼ਾ ਕਰਕੇ ਬਲ ਵਾਲੇ ਉਹ ਮਾਰੇ ਸਨ। द्वापर पए कृष्ण अवतारा ਫਿਰ ਦੁਆਪਰ ਯੁੱਗ ਦੇ ਵਿੱਚ ਸ੍ਰੀ ਕ੍ਰਿਸ਼ਨ ਭਗਵਾਨ ਜੀ ਜਦੋਂ ਅਵਤਾਰ ਹੋਏ ਹਨ धरनी हेत निवारण भारा ਧਰਤੀ ਦਾ ਭਾਰ ਨਿਵਰਤ ਕਰਨ ਵਾਸਤੇ मन खोजन हित चल कै आए ਤੇ ਉਹ ਸਤਰਾਜਿਤ ਨੇ ਜਿਹੜੀ ਮਣੀ ਦਿੱਤੀ ਸੀ ਇਹ ਜਾਮਵੰਤ ਲੈ ਗਿਆ ਸੀ। ਮਨ ਖੋਜਣ ਹਿਤ ਚੱਲ ਕੇ ਆਏ। ਉਸ ਮਣੀ ਨੂੰ ਲੱਭਣ ਵਾਸਤੇ ਸ੍ਰੀ ਕ੍ਰਿਸ਼ਨ ਭਗਵਾਨ ਜੀ ਆਏ ਸਨ ਚੱਲ ਕਰਕੇ। जामवंत देखियो एह थाए ਤੇ ਇਸ ਜਾਮਵੰਤ ਨੂੰ ਇਸ ਥਾਂ ਤੇ ਦੇਖਿਆ ਸੀ लगे करन मिल कै संग्रामा ਤੇ ਇਸ ਦੇ ਨਾਲ ਫਿਰ ਮਿਲ ਕਰਕੇ ਯੁੱਧ ਜੰਗ ਕਰਨ ਲੱਗੇ। युद्ध युद्ध अत सै बल धामा ਅਤੇ ਦੋਨਾਂ ਯੋਧਿਆਂ ਦਾ ਜਿਹੜਾ ਜੰਗ ਸੀ ਉਹ ਆਤਸ਼ਾ ਕਰਕੇ ਬਲ ਦੇ ਘਰ ਸਨ ਬੜਾ। ਸਕਤੇ ਕੋ ਸਖਤਾ ਮਾਰੀ ਤਾਂ ਮਨ ਰੋਸ ਨਾ ਹੋਈ। ਤੇ ਦੋਨਾਂ ਯੋਧਿਆਂ ਦਾ ਬੜਾ ਭਾਰੀ ਬਲ ਦੋਨਾਂ ਦੇ ਵਿੱਚ ਸੀ ਤੇ ਬੜਾ ਜੰਗ ਹੋਇਆ ਜੋ ਬਲ ਦੇ ਘਰ ਸਨ। नहीं पराजय किस दिस होई ਤੇ ਇਸ ਪ੍ਰਕਾਰ ਕਿਸੇ ਤਰਫ ਤੋਂ ਵੀ ਕਿਸੇ ਦੀ ਹਾਰ ਨਹੀਂ ਹੋਈ। दिवस अष्ट बसंत पट दोखी ਦਿਵਸ ਆਸ਼ਟ ਬਿੰਸਤ ਭਟ ਦੋਈ ਤੇ ਇਸ ਲਈ 28 ਦਿਨ ਦੋਨੇ ਜਿਹੜੇ ਸੂਰਮੇ ਸੀ ਤੇ ਉਹ ਜੰਗ ਕਰਦੇ ਰਹੇ। लड़तियो जब विजय नह पावा ਜਦੋਂ ਆਪਸ ਵਿੱਚ
ਲੜਦਿਆਂ ਜਿੱਤ ਨੂੰ ਪ੍ਰਾਪਤ ਨਹੀਂ ਕੀਤਾ ਕਿਸੇ ਨੇ ਵੀ। राम बेक श्री कृष्ण बनावा। ਫਿਰ ਸੁਭਾਏ ਮਾਨ ਸ੍ਰੀ ਕ੍ਰਿਸ਼ਨ ਭਗਵਾਨ ਜੀ ਨੇ ਤੇ ਸ੍ਰੀ ਰਾਮ ਚੰਦਰ ਦਾ ਸਰੂਪ ਬਣਾਇਆ। एक रूप श्री राम को तत् छिन्न पग लपटाए। ਤੇ ਉਸ ਵੇਲੇ ਜਾਮਵੰਤ ਜੀ ਸੁਭਾਏ ਮਾਨ ਸ੍ਰੀ ਰਾਮ ਚੰਦਰ ਦਾ ਸਰੂਪ ਦੇਖ ਕਰਕੇ ਛੇਤੀ ਚਰਨਾਂ ਤੇ ਢਹਿ ਪਏ। मन तनुजा दे अपनी भूल नहीं बख्शाए। ਮਨ ਮਣੀ ਤੇ ਆਪਣੀ ਜਿਹੜੀ ਮਣੀ ਸੀ ਤੇ ਇੱਕ ਪੁੱਤਰੀ ਦਾ ਰਿਸ਼ਤਾ ਦੇ ਕੇ ਆਪਣੀ ਭੁੱਲ ਜਿਹੜੀ ਸੀ ਬਖਸ਼ਾ तो ਲਈ। पई जब श्री कृष्ण द्वारा गयो। ਤਬ ਸ੍ਰੀ ਕ੍ਰਿਸ਼ਨ ਦਵਾਰਕਾ ਗਏ। ਤਦੋਂ ਸੁਭਾਏ ਮਾਨ ਕ੍ਰਿਸ਼ਨ ਭਗਵਾਨ ਜੀ ਜਦੋਂ ਦਵਾਰਕਾ ਵਿਖੇ ਗਏ। जामवंत ते जम्मू पयो। ਉਸ ਵੇਲੇ ਜਾਮਵੰਤ ਤੋਂ ਇਹ ਜਿਹੜਾ ਜੰਮੂ ਸ਼ਹਿਰ ਹੋਇਆ ਹੈ। इस विद करतियो बचन विलासा। ਇਸ ਪ੍ਰਕਾਰ ਦੇ ਕੌਤਕਾਂ ਵਾਲੇ ਬਚਨ ਕਰਦਿਆਂ दिवस बिताए दवै सुख रासा। ਸੁਖਾਂ ਦੀ ਔਦੀ ਸੁਖਾਂ ਦੀ ਪੂੰਜੀ ਸਤਿਗੁਰੂ ਸਾਹਿਬ ਜੀ ਨੇ 2 ਦਿਨ ਬਤੀਤ ਕੀਤੇ ਹਨ, ਗੁਜ਼ਾਰੇ ਹਨ। गुर मिल के तक नर हर खाए। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਮਿਲ ਕਰਕੇ ਕਿਤਨੇ ਕੁ ਮਨੁੱਖ ਖੁਸ਼ ਹੋਏ ਹਨ। जाए धूप डिग बैन सुनाए। ਜਾਏ ਧੂਪ ਡਿੱਗ ਬੈਣ ਸੁਣਾਏ, ਜਾ ਕੇ ਰਾਜੇ ਦੇ ਪਾਸ ਬਚਨ ਸੁਣਾਏ ਹਨ। महर तपा श्री नानक आवा। ਕਹਿਣ ਲੱਗੇ ਬਾਹਰ ਸੁਭਾਏ ਮਾਨ ਗੁਰੂ ਨਾਨਕ ਦੇਵ ਸਾਹਿਬ ਜੀ ਆਏ ਹਨ। इसको जस जग मह को छावा। ਜਿਸ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਸ ਸੰਸਾਰ ਦੇ ਵਿੱਚ ਬਹੁਤ ਫੈਲਿਆ ਹੋਇਆ ਹੈ। ਸੁਣੀ ਅਰਦਾਸ ਸੁਆਮੀ ਮੇਰੈ ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ। ਰਾਜੇ ਦੇ ਤਾਈਂ ਕਿਹਾ ਹੈ ਕਿ ਜਿਸ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਜਸ ਸਾਰੇ ਸੰਸਾਰ ਦੇ ਵਿੱਚ ਫੈਲਿਆ ਹੈ। नत नगन पग तूरन धायो। ਇਥੋਂ ਦਾ ਜਿਹੜਾ ਰਾਜਾ ਸੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਆਉਣਾ ਸੁਣ ਕਰਕੇ ਨੰਗੇ ਚਰਨੀ ਛੇਤੀ ਦੌੜ ਕੇ ਆਇਆ ਹੈ। उत्तम बहुत उपाइन लयायो। ਬਹੁਤ ਸਾਰੀਆਂ ਜਿਹੜੀਆਂ ਉੱਤਮ ਭੇਟਾਵਾਂ ਹਨ, ਨਜ਼ਰਾਨੇ ਹਨ ਤੇ ਉਹ ਲੈ ਕੇ ਆਇਆ ਹੈ। दीन होए पद बंधन कीनी। ਬਹੁਤ ਗਰੀਬੀ ਦੇ ਸਮੇਤ ਹੋ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। बिना बनी बैठे तर दीनी। ਬਿਨਾ ਭਣੀ ਭੇਟਾਂ ਧਰਦੀ ਨੀ। ਬੇਨਤੀ ਕਹਿ ਕਰਕੇ ਆਪ ਜੀ ਦੇ ਚਰਨਾਂ ਅੱਗੇ ਭੇਟਾ ਰੱਖ ਦਿੱਤੀ ਹੈ। दोहरा पूरन श्री सतगुर तुही। ਪੂਰਨ ਸ੍ਰੀ ਸਤਿਗੁਰ ਤੋਹੀ। ਆਪ ਜੀ ਨੂੰ ਹੱਥ ਜੋੜ ਕੇ ਰਾਜਾ ਕਹਿਣ ਲੱਗਿਆ, ਸੁਭਾਏ ਮਾਨ ਸਤਿਗੁਰੂ ਨਾਨਕ ਦੇਵ ਸਾਹਿਬ ਜੀ, ਤੁਸੀਂ ਪੂਰਨ ਸਤਿਗੁਰੂ ਹੋ, ਬ੍ਰਹਮ ਨੇਸ਼ਟੀ ਬ੍ਰਹਮ ਸਰੋਤਰੀ। ਆਪ ਜੀ ਪੂਰਨ ਸਤਿਗੁਰੂ ਸਾਹਿਬ ਜੀ ਹੋ। ਤੀਜੈ ਨਿਜ ਉਪਦੇਸ਼। ਮੈਨੂੰ ਆਪਣਾ ਸਿੱਖੀ ਦਾ ਜਿਹੜਾ ਉਪਦੇਸ਼ ਹੈ ਉਹ ਦੇਣਾ ਕਰੋ। ਇਹੀ
ਚਰਨ ਕੀ ਸ਼ਰਨ ਮੈਂ। ਆਪ ਜੀ ਦੇ ਪਵਿੱਤਰ ਚਰਨਾਂ ਦੀ ਸ਼ਰਨ ਮੈਂ ਪਕੜੀ ਹੈ, ਗ੍ਰਹਿਣ ਕੀਤੀ ਹੈ। ਸਿੱਖ ਕਰੋ ਜਗ ਤੇਸ। ਜਗਤ ਦੇ ਮਾਲਕ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮੈਨੂੰ ਆਪਣਾ ਸਿੱਖ ਬਣਾਉਣਾ ਕਰੋ। ਸਿੱਖੀ ਸਿੱਖਿਆ ਗੁਰ ਵਿਚਾਰ, ਨਦਰੀ ਕਰਮ ਲੰਘਾਏ ਪਾਰ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵਹਿ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਇਹ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਪਾਵਨ ਗੁਰ ਇਤਿਹਾਸ ਦੁਆਰਾ ਬਖਸ਼ਿਸ਼ ਕੀਤੇ ਹਨ। ਇਹਨਾਂ ਨੂੰ ਆਪਾਂ ਆਪਣੀਆਂ ਹਿਰਦਿਆਂ ਵਿੱਚ ਵਸਾਈਏ, ਜਿਸ ਕਰਕੇ ਲੋਕ ਸੁਖੀਏ ਪਰਲੋਕ ਸੁਹੇਲੇ ਹੋਵਾਂਗੇ ਜੀ। ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਪੂਰਨ ਸ੍ਰੀ ਸਤਿਗੁਰ ਤੁਹੀ ਦੀਜੈ ਨਿਜ ਉਪਦੇਸ਼। ਗਹੀ ਚਰਨ ਕੀ ਸ਼ਰਨ ਮੈਂ, ਸਿੱਖ ਕਰੋ ਜਗ ਤੇਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ